मानसिक सेहत यानी कि मैंटल हैल्थ। मानसिक सेहत का मतलब है अपनी जिंदगी के सारे पहलुओं विचों संतुलन लभना, बैलेंस लभना। जिवें कि शारीरिक होवे, मानसिक होवे, इमोशनल होवे या फिर आत्मिक। यह जिंदगी का आनंद माणन अते रोज़ाना जीवन विच आउण वालियां चुनौतियां का मुकाबला करन दी योग्यता है। भावें उस विच चोण करना होवे, फैसले लैणे होण, डिसीजन लैणे होण, मुश्किल हालातां नूं मनना होवे जां उस दे अनुकूल अपने आप नूं ढालना होवे जां अपणीआं ख्वाहिशां अते लोड़ां बारे सोचना होवे, ये सब इस दे विच शामिल हुंदा है। जिस तरह तुहाडी जिंदगी अते हालात निरंतर बदलते रहंदे ने, इन्हां विच चेंज आउंदा रहिंदा है। इसे तरह तुहाडीआं सोचां अते मिजाज अते तुहाडी भलाई दी सोच भी बदलदी रहिंदी है। समय अते वख-वख हालातां अनुकूल अपनी जिंदगी नूं बैलेंस बनाउणा, इहदे विच बैलेंस बनाउणा, बैलेंस लभना ये बहुत ज़रूरी है। कदे कदाई असंतुलन महसूस करना कुदरती हुंदा है, जिवें कि उदास होना, टेंशन दे विच होना, डरे हुए होना जां फिर शक पैदा होना। पर अजिहियां भावनावां लंबे अरसे लई तुहाडीआं रोज़ाना जिंदगी विच रहण तां एक समस्या बन जांदी है ते ओह समस्या है मैंटल डिसऑर्डर। मानसिक सेहत समस्यावां दे हुण की कारण हुंदे ने ते मैंटल हैल्थ दा सॉल्यूशन की हो सकदा है, तुसीं इस नूं किवें ठीक कर सकदे हो, ਇਹ ਵੀ ਦੱਸਾਂਗੇ। ਸਾਡੇ ਨਾਲ ਮੌਜੂਦ ਨੇ ਸਾਡੇ ਮਨੋਵਿਗਿਆਨਿਕ ਐਕਸਪਰਟ ਪ੍ਰੋਫੈਸਰ ਸੀਮਾ ਵਿਨਾਇਕ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਤੁਹਾਡਾ ਸ਼੍ਰੀ ਬਹੁਤ ਅਕਾਲ ਬਹੁਤ ਜੀ। ਸਵਾਗਤ ਹੈ ਸੀਮਾ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜੀ, ਮੇਰਾ ਪਹਿਲਾ ਹੀ ਸਵਾਲ ਹੈ ਬਿਕਾਜ਼ ਅਸੀਂ ਗੱਲ ਕਰ ਰਹੇ ਸੀ ਮੈਂਟਲ ਡਿਸਆਰਡਰ ਦੀ ਤੇ ਮੈਂਟਲ ਹੈਲਥ ਅਵੇਅਰਨੈਸ ਦੀ। ਸੋ ਇਫ ਵੀ ਟਾਕ ਇਨ ਸਿੰਪਲ ਲੈਂਗੁਏਜ, ਫਿਰ ਮੈਂਟਲ ਹੈਲਥ ਹੁੰਦਾ ਕੀ ਆ, ਮੈਂਟਲ ਹੈਲਥ ਡਿਸਆਰਡਰ? ਪਹਿਲੇ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਐਡਾ ਇੰਪੋਰਟੈਂਟ ਇਸ਼ੂ ਡਿਸਕਸ ਕਰ ਰਹੇ ਹੋ ਤੇ ਮੇਰਾ ਖਿਆਲ ਹੈ ਕਿ ਇਹ ਆਮ ਜਨਤਾ ਲਈ ਵੀ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਪਤਾ ਹੋਏ ਕਿ ਮੈਂਟਲ ਹੈਲਥ ਕੀ ਹੁੰਦਾ ਹੈ, ਮੈਂਟਲ ਹੈਲਥ ਦੀ ਇਸ਼ੂਜ਼ ਕੀ ਹੈ, ਜੀ ਇਲਨੈਸ ਕੀ ਹੁੰਦੀ ਹੈ। ਤੇ ਜਦੋਂ ਅਸੀਂ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ ਤੇ ਉਹ ਬੇਸਿਕਲੀ ਤੁਹਾਡੀ ਮਾਨਸਿਕ ਜਿਹੜੀ ਰੋਗਤਾ ਜਾਂ ਮਾਨਸਿਕ ਜਿਹੜੀ ਹੈਲਥ ਹੈ ਉਹਦੇ ਉੱਤੇ ਮੇਨ ਸਟ੍ਰੈਸ ਕੀਤਾ ਜਾਂਦਾ ਹੈ। ਜਿਵੇਂ ਅਸੀਂ ਫਿਜ਼ੀਕਲ ਹੈਲਥ ਦੇ ਬਾਰੇ ਤਾਂ ਆਮ ਜਨਤਾ ਨੂੰ ਪਤਾ ਹੁੰਦਾ ਹੈ, ਲੇਕਿਨ ਜਦੋਂ ਆਪਾਂ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ ਜਨਰਲੀ ਉਹਨੂੰ ਇੱਕ ਬਹੁਤ ਨੈਗੇਟਿਵ ਸੈਂਸ 'ਚ ਗੱਲ ਕੀਤੀ ਜਾਂਦੀ ਹੈ ਕਿ ਜਦੋਂ ਬਿਲਕੁਲ ਹੀ ਬੰਦਾ ਡੀਓਰੀਐਂਟ ਹੋ ਜੀ ਜਾਂਦਾ ਹੈ ਜਾਂ ਜਦੋਂ ਕਿ ਉਹਨੂੰ ਹਸਪੀਟਲਾਈਜੇਸ਼ਨ ਦੀ ਲੋੜ ਹੋਵੇ ਹਮ, ਜਾਂ ਜਿਹੜੇ ਬਿਲਕੁਲ ਕਲੀਨਿਕਲ ਕੇਸਿਸ ਜਿਵੇਂ ਆਪਾਂ ਹੁੰਦਾ ਸਕਿਜ਼ੋਫਰੀਨੀਆ ਹੈ ਜਾਂ ਡਿਪਰੈਸ਼ਨ ਦੇ ਵਿੱਚ ਜਾਂ ਕੋਈ ਜੀ ਇਹੋ ਜਿਹੀਆਂ ਬਿਲਕੁਲ ਹਮ, ਕਲੀਨਿਕਲ ਕੇਸਿਸ 'ਚ ਆ ਜਾਂਦੇ ਆ, ਜੀ ਉਹਨਾਂ ਉੱਤੇ ਅਸੀਂ ਜਨਰਲੀ ਸੋਚਦੇ ਹਾਂ ਕਿ ਮੈਂਟਲ ਹੈਲਥ ਇਸ਼ੂ ਹੁੰਦੇ ਆ। ਜੀ ਬਟ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਮੈਂਟਲ ਹੈਲਥ ਨੂੰ ਉਹਦੀ ਮੈਂਟਲ ਹੈਲਥ ਪ੍ਰਮੋਸ਼ਨ ਦੇ ਉੱਤੇ ਅਟੈਂਪਟ ਕੀਤਾ ਜਾਏ, ਹਮ, ਜਿੱਥੇ ਅਸੀਂ ਇਹ ਇਨਕਰੇਜ ਕਰੀਏ ਵੀ ਕਿਸ ਤਰ੍ਹਾਂ ਦੇ ਕਿਹੜੇ ਪ੍ਰੋਟੈਕਟਿਵ ਫੈਕਟਰਸ ਹੁੰਦੇ ਹੈ, ਹੈਲਦੀ ਬਿਹੇਵੀਅਰ ਹੁੰਦੇ ਹੈ ਜਿਹੜੇ ਕਿ ਇਹੋ ਜਿਹੀਆਂ ਚੀਜ਼ਾਂ ਨੂੰ ਔਨਸੈਟ ਨੂੰ ਪ੍ਰੀਵੈਂਟ ਕਰ ਸਕਣ। ਜਿਹੜੇ ਮੈਂਟਲ ਡਿਸਆਰਡਰਸ ਕੋਈ ਹੋਣ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਡਾਇਗਨੋਸ ਇਨੀਸ਼ੀਅਲ ਸਟੇਜਸ ਤੇ ਕਰ ਸਕੀਏ ਜੀ ਤਾਂ ਕਿ ਉਹਨਾਂ ਦੇ ਆਪਾਂ ਰਿਸਕ ਫੈਕਟਰਸ ਨੂੰ ਰਿਡਿਊਸ ਕਰ ਸਕੀਏ। ਤੇ ਜਦੋਂ ਆਪਾਂ ਹੁਣ ਮੈਂਟਲ ਹੈਲਥ ਦੀ ਗੱਲ ਕਰਦੇ ਹੈਗੇ ਆ ਜੀ ਉਹਦਾ ਬੇਸਿਕਲੀ ਹੈਗਾ ਹੈ ਕਿ ਤੁਸੀਂ ਆਪਣੇ ਮਾਈਂਡ ਨੂੰ, ਆਪਣੇ ਬਿਹੇਵੀਅਰ ਨੂੰ, ਆਪਣੇ ਤੁਸੀਂ ਜਿਹੜੀ ਕਈ ਚੀਜ਼ਾਂ ਹੈ ਜਿਹੜੀ ਤੁਹਾਡੇ ਕੰਟਰੋਲ 'ਚ ਵੀ ਨਹੀਂ ਹੈ, ਹਮ, ਬਟ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਡਾਕਟਰੀ ਹੈਲਪ ਦੇ ਥਰੂ ਆਪਣੇ ਆਪ ਨੂੰ ਆਪਣੀ ਪ੍ਰਮੋਸ਼ਨ, ਆਪਣੀ ਜੀ ਮੈਂਟਲ ਹੈਲਥ ਦੀ ਜਿਹੜੀ ਹੈਗੀ ਆ ਉਹਨੂੰ ਤੁਸੀਂ ਕਾਇਮ ਰੱਖ ਸਕੋ। ਜੀ ਬਟ ਇੱਕ ਸਵਾਲ ਆ ਮੇਰਾ ਇੱਥੇ, ਬਿਕਾਜ਼ ਵੀ ਜਨਰਲੀ ਫੀਲ ਡਿਫਰੈਂਟ ਇਮੋਸ਼ਨ, ਲਾਈਕ ਸਮ ਟਾਈਮ ਵੀ ਫੀਲ ਅਪਸੈਟ, ਅਸੀਂ ਅਪਸੈਟ ਹੋ ਜਾਂਦੇ ਆ ਜਾਂ ਫਿਰ ਡਿਪਰੈਸ਼ਨ ਫੀਲ ਕਰਦੇ ਆ ਜਾਂ ਥੋੜੇ ਟਾਈਮ ਲਈ ਟੈਨਸ਼ਨ ਹੁੰਦੀ ਆ। ਬਟ ਹਾਊ ਕੈਨ ਆਈ ਗੈਟ ਟੂ ਨੋ ਡੈਟ ਆਈ ਐਮ ਸਫਰਿੰਗ ਫॉर ਮੈਂਟਲ ਹੈਲਥ ਡਿਸਆਰਡਰ? ਇਹ ਬਹੁਤ ਇੰਪੋਰਟੈਂਟ ਚੀਜ਼ ਤੁਸੀਂ ਕਹੀ ਹੈ ਕਿ ਜਨਰਲੀ ਜਿਹੜੇ ਆਪਾਂ ਸਾਈਕੋਲੋਜੀਕਲ ਜਾਂ ਮੈਂਟਲ ਦੀ ਹੈਲਥ ਦੀਆਂ ਪ੍ਰੋਬਲਮਸ ਦੀ ਗੱਲ ਕਰੀਦੀਆਂ ਉਹ ਕੁਝ ਹੱਦ ਤੱਕਨ ਹਰ ਇਨਸਾਨ ਵਿੱਚ ਹੁੰਦੇ ਹੈ। ਹਰ ਕੋਈ ਉਦਾਸ ਵੀ ਹੁੰਦਾ ਹੈ, ਹਰ ਕਿਸੇ ਨੂੰ ਐਂਗਜ਼ਾਈਟੀ ਹੁੰਦੀ ਹੈ, ਸਟ੍ਰੈਸ ਹੁੰਦਾ ਜੀ ਹੈ। ਬਟ ਜਦੋਂ ਅਸੀਂ ਉਹ ਚੀਜ਼ਾਂ ਨੂੰ ਕੋਪ ਕਰਕੇ ਆਪਣੇ ਨਵੇਂ-ਨਵੇਂ ਤਰੀਕਿਆਂ ਨਾਲ ਆਪਣੇ ਅਕੋਰਡਿੰਗਲੀ ਅਸੀਂ ਜਦੋਂ ਕੋਪ ਕਰ ਲੈਂਦੇ ਹਾਂ ਹਮ, ਤੇ ਉਹ ਨੋਰਮਲ ਰਹਿੰਦਾ ਹੈ। ਜਦੋਂ ਉਹ ਬਹੁਤ ਚਿਹਰੇ ਲਈ ਬਹੁਤ ਦੇਰ ਲਈ ਉਹ ਕੰਟੀਨਿਊ ਕਰੇ ਔਰ ਹਮ, ਤੁਸੀਂ ਆਪਣੇ ਆਪ ਨੂੰ ਹੈਲਪਲੈਸ ਫੀਲ ਕਰੋ ਕਿ ਤੁਸੀਂ ਉਹਨੂੰ ਡੀਲ ਹੀ ਨਹੀਂ ਕਰ ਪਾ ਰਹੇ ਹੋ ਔਰ ਜੀ ਉਹ ਤੁਹਾਡੀ ਡੇਲੀ ਰੂਟੀਨ ਲਾਈਫ 'ਚ ਇੰਟਰਫੇਅਰ ਕਰਨ ਲੱਗ ਪੈਂਦਾ ਹੈ,
ਉਹਦਾ ਮਤਲਬ ਹੈ ਕਿ ਤੁਹਾਨੂੰ ਕੁਝ ਸੀਰੀਅਸ ਉਹਦੇ ਤੁਹਾਡੀ ਡਾਇਗਨੋਸਿਸ ਕਰਨਾ ਬਹੁਤ ਜ਼ਰੂਰੀ ਹੈ, ਕੋਈ ਸੀਰੀਅਸ ਪ੍ਰੋਬਲਮ ਵੀ ਹੋ ਸਕਦੀ ਹੈ। ਉਹਦੇ ਲਈ ਤੁਹਾਨੂੰ ਮੈਂਟਲ ਹੈਲਥ ਪ੍ਰੋਫੈਸ਼ਨਲ ਕੋਲ ਜਾਣ ਦੀ ਬਹੁਤ ਜ਼ਰੂਰਤ ਹੈ। ਜੀ ਮੀਨਸ ਅਸੀਂ ਕਹਿ ਸਕਦੇ ਹਾਂ ਜਦ ਸਾਡੇ ਜ਼ਿਹਨ ਦੇ ਵਿੱਚ ਮਨ ਦੇ ਵਿੱਚ ਸੁਸਾਈਡਲ ਥਾਟਸ ਆਉਣ ਲੱਗ ਜਾਣ, ਫਿਰ ਅਸੀਂ ਕਿਸੇ ਇੱਕ ਟੌਪਿਕ ਨੂੰ ਬਾਰ-ਬਾਰ ਓਵਰਥਿੰਕ ਕਰੀਏ, ਪਰੇਸ਼ਾਨ ਰਹੀਏ, ਫਿਰ ਹੁੰਦਾ ਕਿ ਵੀ there's a first stage of this disorder। ਅਸੀਂ ਇਹਦੇ 'ਚ ਡਿਸਆਰਡਰ ਵਰਡ ਨਹੀਂ ਕਹਿ ਸਕਦੇ, ਪਰ ਅਸੀਂ ਕਹਿ ਸਕਦੇ ਹਾਂ ਵੀ ਉਹ ਸਾਇੰਸ ਦੇ ਸਿੰਪਟਮਸ ਹੋ ਸਕਦੇ ਹੈ ਕਿ ਉਹਦੇ ਕੋਈ ਇਹੋ ਜਿਹੀ ਅੰਡਰਲਾਈਨ ਕਾਜ਼ਸ ਹੋ ਸਕਦੀਆਂ ਵੈ ਕਿ ਜਿਹੜੇ ਉਹਨਾਂ ਨੂੰ ਸੁਸਾਈਡਲ ਆਈਡੀਏਸ਼ਨ, ਉਹਨਾਂ ਦੀ ਪਰਸਨੈਲਿਟੀ ਹੈ, ਉਹਨਾਂ ਦੇ ਇਹ ਚੀਜ਼ਾਂ ਦੇ ਪੁਆਇੰਟਸ ਉਹਨਾਂ ਦੇ ਦਿਮਾਗ 'ਚ ਆ ਰਹੇ ਹੈ, ਉੱਥੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਡਿਸਆਰਡਰ ਦੀ ਬੇਸਿਸ ਹੈ। ਬਟ ਉਸ ਵੇਲੇ ਤੁਹਾਨੂੰ ਜਿਹੜੇ ਮੈਂਟਲ ਹੈਲਥ ਪ੍ਰੋਫੈਸ਼ਨਲ ਹੈ ਉਹਨਾਂ ਨੂੰ ਜ਼ਰੂਰ ਕੰਟੈਕਟ ਕਰਨਾ ਚਾਹੀਦਾ। ਉਹ ਪੂਰੀ ਤੁਹਾਡੀ ਹਿਸਟਰੀ ਲੈਣਗੇ, ਤੁਹਾਡੇ ਇਨਹੈਰਿਟਡ ਟ੍ਰੇਟਸ ਬਾਰੇ ਦੇਖਣਗੇ, এনवायरमेंटल ਐਕਸਪੋਜ਼ਰ ਬਾਰੇ ਦੇਖਣਗੇ। ਉਸ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ ਕਿ ਇਹ ਕੀ ਛੋਟਾ ਕੋਈ ਸ਼ਾਰਟ ਟਾਈਮ ਕਿਸੇ ਸਟ੍ਰੈਸਫੁਲ ਸਿਚੁਏਸ਼ਨ ਦਾ ਇੰਪੈਕਟ ਹੈ ਜਾਂ ਕਿ ਉਹ ਲੌਂਗ ਟਰਮ ਉਹਨਾਂ ਉੱਤੇ ਇੰਪੈਕਟ ਆ ਰਿਹਾ ਹੈ। ਕਿਉਂਕਿ ਅੱਜ ਕੱਲ੍ਹ ਅਸੀਂ ਬਹੁਤ ਲੂਜ਼ਲੀ ਗੱਲ ਕਰਦੇ ਹੈਗੇ ਹਾਂ ਡਿਪਰੈਸ਼ਨ, ਐਂਜ਼ਾਈਟੀ ਦੀ। ਆਮ ਬੰਦਿਆਂ ਵਿੱਚ ਵੀ ਮੂਡਸ ਅਪਸ ਐਂਡ ਡਾਊਨਸ ਹੁੰਦੇ ਹੈਗੇ ਆ। ਤੁਸੀਂ ਥੋੜੀ ਦੇਰ ਲਈ ਲੋ ਫੀਲ ਕਰਦੇ ਹੋ, ਆਪਾਂ ਜਦੋਂ ਲੋ ਫੀਲ ਕਰੀਦਾ ਉਹ ਜਨਰਲੀ ਬੰਦੇ ਕਹਿੰਦੇ ਜੀ ਅਸੀਂ ਡਿਪਰੈਸ ਹੋ ਗਏ। ਪਰ ਡਿਪਰੈਸ਼ਨ ਮੋਰ ਔਰ ਲੈਸ ਉਹ ਕਲੀਨਿਕਲ ਤੁਹਾਡੀ ਟਰਮ ਹੈਗੀ ਹੈ, ਜਿਹੜੀ ਕਿ ਸਾਡੇ ਉਹ ਕ੍ਰਾਈਟੀਰੀਅਨ ਹੁੰਦਾ ਹੈ ਕਿ ਇੰਨੀ ਕੁ ਦੇਰ ਤੱਕ ਜੇ ਤੁਹਾਨੂੰ ਇਹੋ ਜਿਹੇ ਸਿੰਪਟਮਸ ਆ ਰਹੇ ਆ ਤੇ ਤਾਂ ਹੀ ਤੁਹਾਨੂੰ ਡਿਪਰੈਸ਼ਨ ਹੈਗਾ ਵੈ। ਸੋ ਕਲੀਨਿਕਲ ਸਿੰਪਟਮਸ ਨੂੰ, ਕਲੀਨਿਕਲ ਕ੍ਰਾਈਟੀਰੀਅਨ ਨੂੰ ਮੀਟ ਕਰਨ ਲਈ ਇਹ ਹੁੰਦਾ ਹੈ। ਬਟ ਅਗਰ ਕਿਸੇ ਨੂੰ ਕੁਝ ਇਹੋ ਜਿਹੀ ਫੀਲ, ਹੁਣ ਜਿਵੇਂ ਸਾਡਾ ਬਾਈ ਚਾਂਸ ਸਿਰ ਵੀ ਦਰਦ ਹੁੰਦਾ ਤੇ ਅਸੀਂ ਉਹਦੀ ਕੋਈ ਮੈਡੀਸਨ ਲਈਦੀ ਹੈ, ਕੋਈ ਸਿਰ ਦਰਦ ਜ਼ਿਆਦਾ ਦੇਰ ਹੋਵੇ ਤੇ ਕਈ ਲੋਕ ਕਹਿਣਗੇ ਜੀ ਅੱਛਾ ਹੋ ਸਕਦਾ ਆਈਸ ਤੇ ਸਟ੍ਰੇਨ ਨਾ ਹੋਵੇ, ਸੋ ਯੂ ਗੋ ਐਂਡ ਮੀਟ ਅ ਮੈਡੀਕਲ ਡਾਕਟਰ। ਸਿਮਿਲਰਲੀ ਜੇ ਬੰਦੇ ਨੂੰ ਕੁਝ ਇਹੋ ਜਿਹੀਆਂ ਲੱਗਦੀਆਂ ਕਿ ਮੈਨੂੰ ਪ੍ਰੋਬਲਮ ਆ ਰਹੀਆਂ ਹੈ, ਮੇਰੀ ਕੋਈ ਮੈਨੂੰ ਲੋ ਫੀਲ ਹੋ ਰਿਹਾ ਹੈ, ਮੈਨੂੰ ਈਟਿੰਗ ਦੀ ਪ੍ਰੋਬਲਮ ਆ ਰਹੀ ਹੈ, ਈਟਿੰਗ ਡਿਸਆਰਡਰਸ ਵੀ ਹੁੰਦੇ ਆ, ਤੁਹਾਡੀ ਐਡਿਕਸ਼ਨਸ ਦੇ ਵਿੱਚ ਹੈਗੇ ਹੈ। ਸੋ ਉਹਨਾਂ ਨੂੰ ਇੱਕ ਵਾਰੀ ਮੈਂਟਲ ਹੈਲਥ ਪ੍ਰੋਫੈਸ਼ਨਲਸ ਨਾਲ ਖੁੱਲ੍ਹ ਕੇ ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਕਿਉਂਕਿ ਹੁਣ ਇਹ ਬਹੁਤ ਜ਼ਿਆਦਾ ਜਿਵੇਂ ਸੋਸਾਇਟੀ 'ਚ ਐਡਵਾਂਸਮੈਂਟਸ ਆ ਰਹੀਆਂ ਵੈ, ਮੈਂਟਲ ਹੈਲਥ ਨੂੰ ਫਿਜ਼ੀਕਲ ਹੈਲਥ ਵਕਨ ਇੰਪੋਰਟੈਂਸ ਦੇਣਾ ਬਹੁਤ ਜ਼ਰੂਰੀ ਹੈ। ਲੋਕਾਂ 'ਚ ਅਵੇਅਰਨੈਸ ਸਪਰੈਡ ਕਰਨੀ ਬਹੁਤ ਜ਼ਰੂਰੀ ਹੈ ਕਿ ਸਿਰਫ ਤੁਹਾਡੀ ਸਰੀਰਕ ਹੀ ਜਿਹੜੀ ਹੈਗੀ ਹੈ ਉਹਦੀ ਹੈਲਥ ਨਹੀਂ ਜ਼ਰੂਰੀ ਹੈ। ਸਰੀਰ ਦਾ ਇੱਕ ਹਿੱਸਾ, ਬਹੁਤ ਅਹਿਮ ਹਿੱਸਾ ਤੁਹਾਡਾ ਮਾਈਂਡ ਹੈਗਾ, ਤੁਹਾਡਾ ਬ੍ਰੇਨ ਹੈਗਾ, ਉਹਦੀ ਵੀ ਮੈਂਟਲ ਹੈਲਥ ਦੀ ਇੰਪੋਰਟੈਂਸ ਦੇਣਾ ਬਹੁਤ ਜ਼ਰੂਰੀ ਹੈ। ਜੀ ਬਟ ਇਹ ਬਹੁਤ ਮੁਸ਼ਕਿਲ ਹੁੰਦਾ ਕਿਉਂਕਿ ਜੇ ਸਾਨੂੰ ਕਿਤੇ ਸੱਟ ਲੱਗੀ ਹੋਈ ਆ ਫਿਜ਼ੀਕਲੀ, ਅਸੀਂ ਸਾਹਮਣੇ ਵਾਲੇ ਨੂੰ ਕਹਿ ਸਕਦੇ ਹਾਂ ਵੀ ਆ ਸੱਟ ਲੱਗੀ ਹੋਈ ਆ, ਬਟ ਵੈਨ ਵੀ ਆਰ ਸਫਰਿੰਗ ਫਰੋਮ ਡਿਪਰੈਸ਼ਨ ਔਰ ਐਂਜ਼ਾਈਟੀ ਔਰ that mental health problem, we are not able to like confess, we are not able to speak in front of someone else like we are suffering from this kind of thing. How can we like share, how can we speak to someone or help someone with this problem? ਹਾਂਜੀ, ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਕਿਉਂਕਿ ਇਹਦੇ ਵਿੱਚ ਬਾਈ ਚਾਂਸ ਤੁਹਾਨੂੰ ਇੰਝ ਲੱਗਦਾ ਹੈ ਕਿ ਤੁਸੀਂ ਬਹੁਤ ਜਿਵੇਂ ਕੁਝ ਸਾਈਨਸ ਹੈਗੇ ਆ, ਤੁਸੀਂ ਇੱਕ ਇਸ ਤਰ੍ਹਾਂ ਯਾਰਡ ਸਟਿਕ ਨਹੀਂ ਹੈ ਕਿ ਤੁਸੀਂ ਕੋ ਵੀ ਇੰਨਾ ਹੋ ਰਿਹਾ ਤੇ ਇਸ ਕਰਕੇ ਹੋਏਗਾ ਜਾਂ ਕਿ ਇਹ ਸਿੰਪਟਮ, so that means that you are suffering from it, because you have to link so many things। ਉਹਦੇ ਵਿੱਚ ਇਸ ਜਿਵੇਂ ਸਪੋਜ਼ ਬੰਦੇ ਨੂੰ ਬਹੁਤ ਜ਼ਿਆਦਾ ਸੈਡਨੈਸ ਫੀਲ ਹੋ ਰਹੀ ਹੈ, ਕਨਫਿਊਜ਼ ਥਿੰਕਿੰਗ ਹੋ ਰਹੀ ਹੈ, ਐਕਸੈਸਿਵ ਫੀਅਰਸ ਹੋ, ਬਹੁਤ ਜ਼ਿਆਦਾ ਗਿਲਟ ਫੀਲਿੰਗ ਆ ਰਹੀ ਹੈ, ਜਾਂ ਤੁਹਾਨੂੰ ਲੱਗਦਾ ਕਿ ਤੁਸੀਂ ਕੈਪੇਬਲ ਨਹੀਂ ਹੋ ਆਪਣੀ ਡੇਲੀ ਸਟ੍ਰੈਸ ਨੂੰ ਡੀਲ ਕਰਨ ਲਈ, ਬਹੁਤ ਜ਼ਿਆਦਾ ਐਕਸੈਸਿਵ ਐਂਗਰ ਆ ਰਿਹਾ ਹੈ ਐਂਡ ਯੂ ਫੀਲ ਕਨਫਿਊਜ਼ ਕਿ ਵਾਈ ਦਿਸ ਇਜ਼ ਹੈਪਨਿੰਗ। ਤਾਂ ਉਹਦੇ ਵਾਸਤੇ ਇਹ ਤੇ ਅਸੀਂ ਕੋਈ ਕੇਅਰ ਗਿਵਰ ਆ, ਸਾਡੇ ਕੋਈ ਨੋਨ ਇਹੋ ਜਿਹੇ ਬੰਦੇ ਆ, ਤਾਂ ਉਹਨਾਂ ਨੂੰ ਸਾਨੂੰ ਇੰਗੇਜ ਕਰਕੇ ਉਹਨਾਂ ਨੂੰ ਕਿਸੇ ਮੈਂਟਲ ਹੈਲਥ ਪ੍ਰੋਫੈਸ਼ਨਲ ਦੇ ਕੋਲ ਜ਼ਰੂਰ ਲਿਜਾਣਾ ਚਾਹੀਦਾ ਹੈ। ਸਾਡੇ ਕੋਲ ਅੱਜ ਕੱਲ੍ਹ ਕਾਉਂਸਲਰਸ ਵੀ ਹੁੰਦੇ ਆ, ਦੇ ਕੈਨ ਫਸਟ ਗੋ ਐਂਡ ਮੀਟ ਦ ਕਾਉਂਸਲਰਸ, ਉਹਨਾਂ ਨਾਲ ਗੱਲਬਾਤ ਕਰਨ। ਕਈ ਵਾਰੀ ਹੁੰਦਾ ਕੁਝ ਸਿਰਫ ਤੁਸੀਂ ਗੱਲ ਕਰਕੇ ਵੀ ਕੋਈ ਜੋ ਸਟ੍ਰੈਸ ਪੇਸ਼ੈਂਟਸ ਆ ਉਹਨਾਂ ਦੇ ਕੋਈ ਮਸਲੇ ਹੱਲ ਕੀਤੇ ਜਾ ਸਕਦੇ ਆ। ਜੇ ਕੋਈ ਬਹੁਤ ਜ਼ਿਆਦਾ ਕੇਸਿਸ ਹੈਗੀਆਂ ਜਾਂ ਕੋਈ ਪਰਟੀਕੂਲਰ ਕਲੀਨਿਕਲ ਕੇਸ ਹੈ, ਉਹਦੇ ਵਾਸਤੇ ਫਿਰ ਇੰਟਰਵੈਂਸ਼ਨ ਪ੍ਰੋਗਰਾਮਸ ਹੁੰਦੇ ਹੈ ਕਿ ਕਿਹੜੀ ਕੋਗਨੀਟਿਵ ਬਿਹੇਵੀਅਰਲ ਥੈਰੇਪੀ ਦੇਣੀ ਹੈ, ਸਾਈਕੋਥੈਰੇਪੀ ਦੇਣੀ ਹੈ, ਉਹ ਫਿਰ ਲੇਟਰ ਸਟੇਜ ਤੇ ਆਉਂਦੀਆਂ। ਬਟ ਤੁਸੀਂ ਇਹ ਐਜ਼ ਅ ਕਾਮਨ ਪਰਸਨ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਕਿ ਤੁਸੀਂ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਸੀ ਸੁਸਾਈਡ ਦਾ, ਅੱਜ ਕੱਲ੍ਹ ਬੜਾ ਜ਼ਿਆਦਾ ਸੁਸਾਇਟੀ ਦੇ ਵਿੱਚ ਗੱਲ ਆਉਂਦੀ ਹੈ ਵੀ ਸੁਸਾਈਡ ਦੇ ਥਾਟਸ ਆਉਂਦੇ ਆ ਬਿਕੋਜ਼ ਆਫ ਦ ਸਟ੍ਰੈਸ ਔਰ ਨੰਬਰ ਆਫ ਅਦਰ ਥਿੰਗਸ।
ਉਹਦੇ ਵਿੱਚ ਇਹ ਹੁੰਦਾ ਵੀ ਜੇ ਤੁਹਾਡੇ ਕੋਈ ਆਸ-ਪਾਸ ਕਿਸੇ ਕੋਈ ਸੁਸਾਈਡਲ ਦੀ ਗੱਲਾਂ ਕਰਦੇ ਆ ਤੇ ਉਹ ਕਈ ਵਾਰੀ ਮੋਮੈਂਟਰੀ ਹੁੰਦੇ ਆ ਜਿਹੜਾ ਟਾਈਮ ਹੁੰਦਾ ਉਹ ਥਾਟਸ ਜਿਹੜੇ ਆ ਤੇ ਉਸ ਵੇਲੇ ਬੰਦੇ ਨੂੰ ਇੰਗੇਜ ਕਰਨਾ ਚਾਹੀਦਾ ਹੈ। ਤੁਸੀਂ ਜਿਹੜੀ ਕੋਈ ਐਮਰਜੈਂਸੀ ਨੰਬਰਸ ਹੈ, ਮੈਂਟਲ ਪ੍ਰੋਫੈਸ਼ਨਲ ਨੰਬਰਸ ਹੈ, ਕਈ ਹੈਲਪਲਾਈਨਸ ਹੈਗੀਆਂ, ਉਹਨਾਂ ਨੂੰ ਇਮੀਡੀਏਟਲੀ ਕੰਟੈਕਟ ਕਰੋ। ਤੁਸੀਂ ਫੋਰਸ ਨਹੀਂ ਕਰ ਸਕਦੇ ਹੋ ਬੰਦੇ ਨੂੰ ਮੈਂਟਲ ਹੈਲਥ ਪ੍ਰੋਫੈਸ਼ਨਲ ਕੋਲ ਲਿਜਾਣ ਲਈ, ਬਟ ਤੁਸੀਂ ਉਹਨੂੰ ਇਨਕਰੇਜ ਕਰ ਸਕਦੇ ਹੋ ਕਿ ਖੁੱਲ ਕੇ ਗੱਲ ਕਰੋ। ਦੇयर इज नो ਸਟਿਗਮਾ ਅਟੈਚ। ਤੋ ਸੋਸਾਇਟੀ ਦੇ ਵਿੱਚ ਇੱਕ ਜਿਹੜਾ ਕੋਈ ਸਟਿਗਮਾਟਾਈਜੇਸ਼ਨ ਹੁੰਦੀ ਹੈ ਕਿ ਤੁਸੀਂ ਜੇ ਮੈਂਟਲ ਹੈਲਥ ਪ੍ਰੋਫੈਸ਼ਨਲ ਕੋਲ ਗਏ ਹੋ ਤਾਂ ਸਮਥਿੰਗ ਸੀਰੀਅਸ ਇਜ਼ देयर, ਉਹਨੂੰ ਹਟਾਣਾ ਬਹੁਤ ਜ਼ਰੂਰੀ ਹੈਗਾ। ਕਿਉਂਕਿ ਇਹ ਇਸ ਤਰ੍ਹਾਂ ਲੋਕਾਂ ਨੂੰ ਅਵੇਅਰਨੈਸ ਆਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਅਸੀਂ ਡਾਕਟਰ ਦੇ ਕੋਲ ਆਮ ਜਾਈਦਾ ਹੈ, ਇਹ ਵੀ ਦਿਮਾਗ ਦੇ ਡਾਕਟਰਸ ਹੀ ਹੈਗੇ ਆ ਜਿਹੜੇ ਸਾਨੂੰ ਹੈਲਪ ਕਰ ਰਹੇ। So if I'm suffering from this problem or depression or anxiety, there any topic or conversation I should avoid? ਕਨਵਰਸੇਸ਼ਨ ਦੇਖੋ ਅਸੀਂ ਕਹਿੰਦੇ ਆ ਕਿ ਅਵੋਇਡ ਨਹੀਂ ਕਰਨੀ ਚਾਹੀਦੀ, ਬਲਕਿ ਖੁੱਲ ਕੇ ਗੱਲ ਕਰਨੀ ਜ਼ਰੂਰੀ ਹੈਗੀ ਹੈ। ਜੇ ਤੁਹਾਨੂੰ ਕੋਈ ਚੀਜ਼ ਬੋਦਰ ਕਰ ਰਹੀ ਹੈ ਤੇ ਤੁਹਾਨੂੰ ਉਹ ਚੀਜ਼ਾਂ ਨੂੰ ਡਿਸਕਸ਼ਨ ਕਰਨੀ ਬਹੁਤ ਜ਼ਰੂਰੀ ਹੈ। ਤੁਸੀਂ ਪਹਿਲੇ ਫੈਮਲੀਜ਼ ਦੇ ਵਿੱਚ ਕਰੋ ਡਿਸਕਸ, ਫਰੈਂਡਸ ਨਾਲ ਕਰੋ। ਜੇ ਤੁਹਾਨੂੰ ਲੱਗਦਾ ਹੈ ਕਿ ਉੱਥੇ ਨਹੀਂ ਹੈ ਤੇ ਜਦੋਂ ਤੁਸੀਂ ਮੈਂਟਲ ਹੈਲਥ ਪ੍ਰੋਫੈਸ਼ਨਲ ਕੋਲ ਜਾਂਦੇ ਹੋ ਤੇ ਤੁਹਾਡੀ ਐਨੋਨਿਮਿਟੀ ਵੀ ਉੱਥੇ ਹੁੰਦੀ ਹੈ, ਤੁਹਾਡੀ ਉਹਦੀ ਪੂਰੀ ਤੁਹਾਡੀ ਪਹਿਚਾਣ ਨੂੰ ਸੇਫ ਕੀਤਾ ਜਾਂਦਾ ਹੈ। ਜਦ ਤੱਕ ਤੁਸੀਂ ਨਾ ਕਹੋ ਤਦ ਤੱਕ ਉਹ ਬਾਹਰ ਨਹੀਂ ਕਿਸੇ ਨੂੰ ਦੱਸਿਆ ਜਾਂਦਾ। ਸੋ ਉਹ ਪੂਰੇ ਚੀਜ਼ਾਂ ਨੂੰ ਤੁਸੀਂ ਕਨਵਰਸੇਸ਼ਨ ਅਵੋਇਡ ਨਹੀਂ ਹੁੰਦੀ ਹੈ, ਖੁੱਲ ਕੇ ਕਨਵਰਸੇਸ਼ਨ ਕਰਨ ਨਾਲ ਹੀ ਇਸ ਦੇ ਮਸਲੇ ਦੇ ਇਹਦਾ ਹੱਲ ਢੂੰਢਿਆ ਜਾ ਸਕਦਾ ਹੈ। ਕੋਈ ਐਮਰਜੈਂਸੀ ਪ੍ਰੋਫੈਸ਼ਨਲਸ ਹੈ ਉਹਨਾਂ ਨੂੰ ਡੀਲ ਕਰਨਾ ਚਾਹੀਦਾ ਹੈ। ਪਰ ਅਗਰ ਸਪੋਜ਼ ਤੁਹਾਡੀਆਂ, ਬਿਕੋਜ਼ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਹਾਂ ਅਸੀਂ ਜ਼ਿਆਦਾ ਕਲੀਨਿਕਲ ਕੇਸਿਸ ਦੀ ਗੱਲਾਂ ਕਰ ਰਹੇ ਹਾਂ, ਬਟ ਕਈ ਵਾਰੀ ਇਸ ਤਰ੍ਹਾਂ ਹੁੰਦੇ ਸਿਰਫ ਤੁਹਾਡੇ ਇੰਟਰਸਨਲ ਕੋਈ ਰਿਲੇਸ਼ਨਸ਼ਿਪਸ 'ਚ ਪ੍ਰੋਬਲਮ ਆ ਰਹੀਆਂ ਹੈ, ਕੋਈ ਡੋਮੈਸਟਿਕ ਦੀ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਕੋਈ ਐਂਗਰ ਇਸ਼ੂਜ਼ ਆ ਰਹੇ ਹੈ, ਜੀ ਇਮੀਡੀਏਟਲੀ ਤਾਂ ਤੁਸੀਂ ਕੁਝ ਕਨਵਰਸੇਸ਼ਨਸ ਨੂੰ ਅਵੋਇਡ ਕਰ ਸਕਦੇ ਹੋ ਜਿੱਥੇ ਤੁਹਾਨੂੰ ਲੱਗਦਾ ਹੈ ਵੀ ਐਕਸਾਈਟਿੰਗ ਹੋ ਰਹੀ ਹੈ, ਬਟ ਉਹ ਲੌਂਗ ਟਰਮ ਉਹਦਾ ਸੋਲੂਸ਼ਨ ਨਹੀਂ ਹੈ। ਕਿਉਂਕਿ ਜੇ ਬੰਦੇ ਨੂੰ ਬਹੁਤ ਜ਼ਿਆਦਾ ਐਕਸਟ੍ਰੀਮ ਐਂਗਰ ਆ ਰਿਹਾ ਹੈ, ਵਾਇਲੈਂਸ ਆ ਰਿਹਾ ਹੈ, ਸੋ ਹੋ ਸਕਦਾ ਉਹਨੂੰ ਐਂਗਰ ਮੈਨੇਜਮੈਂਟ 'ਚ ਪ੍ਰੋਬਲਮ ਹੋਵੇ। ਸੋ ਦ ਪਰਸਨ ਮੇ ਨੀਡ ਦ ਸਾਈਕੋਲੋਜੀਕਲ ਹੈਲਪ ਟੂ ਚੇਂਜ ਦਾ ਥਿੰਗ। ਉਹਨੂੰ ਥੋੜਾ ਜਿਹਾ ਕੋਈ ਟ੍ਰੇਨਿੰਗ ਕਰਨੀ ਪਏਗੀ, ਉਹਦੀ ਮੈਂਟਲ ਟ੍ਰੇਨਿੰਗ ਕਰਨੀ ਪਏਗੀ, ਉਹਨੂੰ ਕੋਈ ਇੰਟਰਵੈਂਸ਼ਨ ਪ੍ਰੋਗਰਾਮ ਦੇਣੇ ਪੈਣਗੇ। ਤੋ ਕਿਉਂਕਿ ਬਹੁਤ ਸਾਰੇ ਇੱਕ ਚੀਜ਼ ਦੇ ਨਾਲ ਬਹੁਤ ਸਾਰੇ ਰੀਜ਼ਨਸ ਹੋ ਸਕਦੇ ਆ। ਕੋਈ ਇੱਕ ਵਾਰੀ ਨਹੀਂ ਹੁੰਦਾ ਕਿ ਇੱਕ ਐਪੀਸੋਡ ਹੋਇਆ ਤੇ ਉਹਦੇ ਨਾਲ ਤੁਹਾਨੂੰ ਇਹੋ ਜਿਹੇ ਇਸ਼ੂਜ਼ ਆਣੇ ਸ਼ੁਰੂ ਹੋ ਜੀ ਗਏ। ਬਿਲਕੁਲ। ਗੱਲ ਕਰੀਏ ਬਾਈ ਚਾਂਸ ਕਿ ਜਿਹੜੇ ਤੁਹਾਡੇ ਮੈਂਟਲ ਹੈਲਥ ਦੇ ਇਲਨੈਸ ਹੈ ਜਾਂ ਉਹਦੇ ਇਸ਼ੂਜ਼ ਕਿਉਂ ਆਉਂਦੇ ਆ, ਸੋ ਦੇयर ਕੈਨ ਬੀ ਮੈਨੀ ਰੀਜ਼ਨਸ ਫॉर दैट। ਸੋ ਉਹ ਰੀਜ਼ਨਸ ਨੂੰ ਆਈਡੈਂਟੀਫਾਈ ਕਰਨਾ ਬਹੁਤ ਜ਼ਰੂਰੀ ਹੈ। ਸੋ ਜਿਸ ਤਰ੍ਹਾਂ ਹੁਣ ਬਾਈ ਚਾਂਸ ਅਸੀਂ ਇਹਦੀ ਗੱਲ ਕਰਦੇ ਹਾਂ ਮੈਂਟਲ ਹੈਲਥ ਦੇ, ਇਟ ਕੈਨ ਬੀ ਚਾਈਲਡਹੁੱਡ ਅਬਿਊਜ਼ ਹੋ ਸਕਦਾ, ਡੋਮੈਸਟਿਕ ਵਾਇਲੈਂਸ ਹੋ ਸਕਦਾ ਹੈ, ਕੋਈ ਟਰਾਮਾ ਹੋ ਸਕਦਾ ਹੈ, ਸੋਸ਼ਲ ਆਈਸੋਲੇਸ਼ਨ, ਲੋਨਲੀਨੈਸ, ਸੋਸ਼ਲ ਡਿਸਕ੍ਰਿਮੀਨੇਸ਼ਨ, ਫਿਰ ਤੁਹਾਡੀ ਕੋਈ ਪ੍ਰੋਲੋਂਗਡ ਫਿਜ਼ੀਕਲ ਏਲਮੈਂਟ ਹੈਗੀ ਹੈ, ਕੋਈ ਲਾਈਫ ਥ੍ਰੈਟਨਿੰਗ ਤੁਹਾਨੂੰ ਹੈ। ਸੋ ਬਹੁਤ ਸਾਰੇ ਰੀਜ਼ਨਸ ਹੁੰਦੇ, ਕੋਈ ਇਸ ਤਰ੍ਹਾਂ ਦਾ ਇਮੀਡੀਏਟ ਸੋਲੂਸ਼ਨ ਇਹ ਚੀਜ਼ਾਂ ਲਈ ਨਹੀਂ ਹੁੰਦਾ। ਸੋ ਇਫ ਵੀ ਆਰ ਇਨ ਦਾ ਫਰਸਟ ਸਟੇਜ, ਜੇ ਪ੍ਰੋਬਲਮ ਹੈ ਤਾਂ ਇਹਦੇ ਵੀ ਸਟੇਜ ਹੁੰਦੇ ਨੇ। ਸੋ ਐਨੀ ਦੇयर ਆਰ ਐਨੀ ਬਿਹੇਵੀਅਰ ਲਾਈਕ ਵੀ ਔਰ ਆਈ ਕੈਨ ਚੇਂਜ ਟੂ ਅਵੋਇਡ causing further harm? ਜਿਵੇਂ ਦੇਖੋ ਤੁਹਾਨੂੰ ਲੱਗਦਾ ਹੈ ਕਿ ਕੁਝ ਬਿਹੇਵੀਅਰ ਹੈ ਕਿ ਨੈਗੇਟਿਵ ਥਾਟਸ ਆ ਰਹੇ ਹੈ, ਤੁਸੀਂ ਕੁਝ ਐਕਸਰਸਾਈਜ਼ਸ ਹੁੰਦੀਆਂ ਵੇ ਜਿਹੜੀ ਮੈਂਟਲ ਟ੍ਰੇਨਿੰਗ ਪ੍ਰੋਗਰਾਮ ਅਸੀਂ ਕਈ ਹੈਗੇ ਆ, ਜਾਂ ਜਨਰਲੀ ਤੁਹਾਡੀ ਨੈਗੇਟਿਵਿਟੀ ਇਨ ਦ ਲਾਈਫ ਨੂੰ ਅਸੀਂ ਟਰਾਈ ਕਰਦੇ ਹਾਂ ਕਿ ਵੀ ਟੇਕ ਯੂ ਟੂਵਰਡਸ ਦਾ ਹੋਪ, ਵੀ ਟੇਕ ਯੂ ਟੂਵਰਡਸ ਦਾ ਪੋਜ਼ਿਟਿਵ ਥਿੰਕਿੰਗ ਦੇ ਵਿੱਚ। ਸੋ ਹੁਣ ਇਹ ਕਹਿਣਾ ਜਨਰਲੀ ਕਿ ਅਸੀਂ ਕਿਸ ਤਰ੍ਹਾਂ ਅਵੋਇਡ ਕਰ ਸਕਦੇ ਹਾਂ, ਇਹ ਕੋਈ ਸਾਰੇ ਮੈਂਟਲ ਇਲਨੈਸ ਲਈ ਇੱਕ ਸੋਲੂਸ਼ਨ ਨਹੀਂ ਹੋ ਸਕਦਾ, ਔਰ ਇੱਕ ਸੋਲੂਸ਼ਨ ਇੱਕ ਇਲਨੈਸ ਲਈ ਸਾਰੇ ਇੰਡੀਵਿਜੂਅਲਸ ਲਈ ਵੀ ਨਹੀਂ ਹੈ। ਬਿਕੋਜ਼ ਉਹਦੇ ਕਾਜ਼ਸ ਸਾਨੂੰ ਆਇਡੈਂਟੀਫਾਈ ਕਰਨੇ ਪੈਣਗੇ ਕਿ ਕਿਸ ਕਰਕੇ ਇਹ ਚੀਜ਼ ਹੋਈ ਹੈ, ਤਾਂ ਹੀ ਤੁਸੀਂ ਉਹਨੂੰ ਕਹਿ ਸਕਦੇ ਹੋ ਆਹ ਚੀਜ਼ ਨੂੰ ਅਵੋਇਡ। ਬਟ ਤੁਸੀਂ ਆਮ ਕਹੋ ਕਿ ਆਪਣੀ ਮੈਂਟਲ ਹੈਲਥ ਪ੍ਰਮੋਸ਼ਨ ਲਈ ਕੀ ਕਰਨਾ ਚਾਹੀਦਾ ਹੈਗਾ, ਉਹਦੇ ਵਾਸਤੇ ਅਸੀਂ ਐਵੇਂ ਕਿ ਤੁਸੀਂ ਆਪਣਾ ਪੋਜ਼ਿਟਿਵ ਥਿੰਕਿੰਗ ਵੱਲ ਜਾਓ, ਆਪਣੀ ਤੁਸੀਂ ਮੋਨੋਟਨੀ ਨੂੰ ਬ੍ਰੇਕ ਕਰੋ, ਇੰਗੇਜ ਇਨ ਸਮਥਿੰਗ ਵਿਚ ਯੂ ਇੰਜੋਏ,
ਮਾਈਂਡ ਨੂੰ ਪੀਸਫੁਲ ਟ੍ਰੇਨਿੰਗ ਵੱਲ ਲੈ ਕੇ ਜਾਓ। ਜਿਵੇਂ ਹੁਣ ਅੱਜ ਕੱਲ੍ਹ ਆਪਣੇ ਤਾਂ ਇੰਡੀਆ ਦੇ ਵਿੱਚ ਇਹਦਾ ਬੜੀ ਸਦੀਆਂ ਤੋਂ ਜਿਹੜਾ ਚੱਲ ਰਿਹਾ ਹੈਗਾ ਯੋਗਾ ਦਾ, ਔਰ ਜੀ। ਜਿਹੜਾ ਕਿ ਹੁਣ ਈਅਰਸ ਅਸੀਂ ਉਹਨੂੰ ਪ੍ਰਮੋਟ ਕਰ ਰਹੇ ਹੈਗੇ ਆ, ਹਮ। ਔਰ ਦੂਸਰੇ ਵਿਦੇਸ਼ ਦੇ ਵਿੱਚ ਵੀ ਨਾਓ ਪੀਪਲ ਆਰ acknowledging ਕਿ ਉਹ ਯੋਗਾ ਦੀ ਐਕਸਰਸਾਈਜ਼ਸ ਆਰ ਵੈਰੀ ਗੁੱਡ ਫॉर योर ਮੈਂਟਲ ਐਜ਼ ਵੈਲ ਮੈਂਟਲ ਐਜ਼ ਐਂਡ योर ਫਿਜ਼ਿਕਲ। ਫਿਜ਼ੀਕਲ ਬੋਥ। ਸੋ ਜੀ। ਉਸ ਤਰ੍ਹਾਂ ਦੀ ਕੁਝ ਤੁਹਾਡੀ ਟ੍ਰੇਨਿੰਗਸ ਹੋਣ, ਕੋਈ ਹਮ। ਪੋਜ਼ਿਟਿਵਿਟੀ ਵੱਲ ਜਾਓ, ਫਿਰ ਤੁਸੀਂ ਕੋਪਿੰਗ ਸਟ੍ਰੈਟਜੀਜ਼ ਨੂੰ ਸਿੱਖਣਾ ਕਿ ਮੈਂ ਇੱਕ ਚੀਜ਼ ਨੂੰ ਕਿਵੇਂ ਡੀਲ ਕਰ ਸਕਦਾ। ਉਹ ਕੋਪਿੰਗ ਸਟ੍ਰੈਟਜੀਜ਼ ਸਾਨੂੰ ਸਿਖਾਉਣੀਆਂ ਚਾਹੀਦੀਆਂ ਜਾਂ ਇੱਕ ਸਿੱਖਣੀ ਚਾਹੀਦੀ। ਸੋ ਇਸ ਜੀ। ਕਰਕੇ ਮੈਨੂੰ ਇੱਕ ਚੀਜ਼ ਲੱਗਦੀ ਹੈ ਕਿ ਐਜ਼ ਪੇਰੈਂਟਸ ਆਲਸੋ, ਤੇ ਜਿਸ ਤਰ੍ਹਾਂ ਤੁਹਾਡੇ ਸਕੂਲ ਦੇ ਹਮ। ਕਿਉਰਿਕੁਲਮ ਉਹਦੇ ਵਿੱਚ ਸਾਨੂੰ ਹਰ ਛੋਟੀ ਕਲਾਸਿਸ ਤੋਂ ਹੀ ਸਾਨੂੰ ਮੈਂਟਲ ਹੈਲਥ ਅਵੇਅਰਨੈਸ ਦੇਣੀ ਬਹੁਤ ਜ਼ਰੂਰੀ ਹੈ। ਹਮ। ਬੱਚਿਆਂ ਨੂੰ ਕਿਸ ਤਰ੍ਹਾਂ ਪੋਜ਼ਿਟਿਵ ਰਿਹਾ ਜਾਏ ਬਿਲਕੁਲ ਸਟ੍ਰੈਸਫੁਲ ਸਿਚੁਏਸ਼ਨਸ ਦੇ ਵਿੱਚ, ਜੀ। ਉਹਦੀ ਟ੍ਰੇਨਿੰਗ ਬਹੁਤ ਇੰਪੋਰਟੈਂਟ ਹੈ। ਕਿ ਜ਼ਰੂਰੀ ਨਹੀਂ ਹੈ ਕਿ ਬੱਚੇ ਜਾਂ ਕੋਈ ਵੀ ਬੰਦਾ ਕਲੀਨਿਕਲ ਕੇਸ ਬਣੇ ਤਾਂ ਹੀ ਅਸੀਂ ਕਹੀਏ ਕਿ ਸਾਈਕੋਲੋਜੀਕਲ ਹੈਲਪ ਚਾਹੀਦੀ ਹੈ। ਜੀ। ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਬੱਚੇ ਨੂੰ ਕੋਈ ਬਹੁਤ ਸਟ੍ਰੈਸ ਹੈ, ਪੇਰੈਂਟਸ ਦਾ ਕੋਈ ਲੈਟਸ ਸੇ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ, ਕੁਛ ਹੈ, ਉਹ ਬੱਚਾ ਕਿਸੇ ਬਾਰੇ ਉਹ ਉਸ ਚੀਜ਼ ਬਾਰੇ ਕਿਸੇ ਨੂੰ ਗੱਲ ਹੀ ਨਹੀਂ ਕਰ ਸਕਦਾ ਕਿਉਂਕਿ ਜੀ। ਉਹਨੂੰ ਪਤਾ ਹੀ ਨਹੀਂ ਕਿ ਹੋ ਕੀ ਰਿਹਾ। ਸੋ ਉੱਥੇ ਦੈਨ ਯੂ ਨੀਡ ਸਮ ਕਾਈਂਡ ਆਫ ਪ੍ਰੋਫੈਸ਼ਨਲਸ ਹਮ। ਜਿੱਥੇ ਉਹਨਾਂ ਦੀਆਂ ਸਿਰਫ ਗੱਲਬਾਤ ਦੇ ਥਰੂ ਹੀ ਬੱਚਿਆਂ ਨੂੰ ਇਸ ਤਰ੍ਹਾਂ ਇਨਕਰੇਜ ਕੀਤਾ ਜਾਏ ਕਿ ਉਹ ਹਮ। ਆਪਣੇ ਨੈਗੇਟਿਵ ਥਾਟਸ ਨੂੰ ਬਾਹਰ ਲੈ ਸਕਣ ਤੇ ਤੁਸੀਂ ਉਹਨਾਂ ਨੂੰ ਵਿਦਆਊਟ ਐਨੀ ਸਟਿਗਮਾ ਕੋਈ ਹੈਲਪ ਦੇ ਸਕੋ। ਮੀਨਸ ਪੂਰੇ ਸਿਨੈਰੀਓ ਦੇ ਵਿੱਚ ਪੇਰੈਂਟਸ ਦਾ ਕੰਸੈਂਟਰੇਟ ਕਰਨਾ ਬੱਚਿਆਂ ਦੇ ਤੇ ਬੱਚਿਆਂ ਦੇ ਬਿਹੇਵੀਅਰ ਤੇ ਬਹੁਤ ਜ਼ਰੂਰੀ ਹੁੰਦਾ ਹੈ। ਬਹੁਤ ਜ਼ਰੂਰੀ ਹੈ ਪੇਰੈਂਟਸ ਦਾ, ਤੁਹਾਡੇ ਟੀਚਰਸ ਦਾ, ਤੁਹਾਡੇ ਗਰੁੱਪਸ ਦੇ ਵਿੱਚ ਜੇ ਤੁਹਾਨੂੰ ਕਿਤੇ ਵੀ ਲੱਗਦਾ ਹੈ ਕਿ ਇਹ ਬੰਦੇ ਦੇ ਬਿਹੇਵੀਅਰ ਅਨਯੂਜੂਅਲ ਹੋ ਰਿਹਾ ਹੈ, ਕੁਛ ਹੈ, ਤੇ ਤੁਸੀਂ ਉਹਨੂੰ ਵਿਦਆਊਟ ਕ੍ਰੀਏਟਿੰਗ ਸਾਰਕਾਸਟਿਕ ਕਮੈਂਟਸ ਜਾਂ ਵਿਦਆਊਟ ਮੇਕਿੰਗ ਦੈਟ ਪਰਸਨ ਗਿਲਟੀ, ਤੁਹਾਨੂੰ ਉਹਦੇ ਨਾਲ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ, ਥੋੜਾ ਇਨਕਰੇਜ ਕਰਨਾ ਚਾਹੀਦਾ ਬੋਲਣ ਲਈ। ਮੈਂ ਕਹਾਂਗੀ ਕਿ ਖੁਦ ਵੀ ਆਪਣਾ ਸਲਾਹ ਦੇਣ ਤੋਂ ਬੈਟਰ ਹੈ ਕਿ ਉਹਨੂੰ ਇਨਕਰੇਜ ਕਰੋ ਕਿ ਉਹ ਕਿਸੇ ਮੈਂਟਲ ਹੈਲਥ ਪ੍ਰੋਫੈਸ਼ਨਲ ਨੂੰ ਜਾ ਕੇ ਮਿਲ ਕੇ ਆਪਣੇ ਮਨ ਦੀ ਗੱਲ ਕਰੇ। ਜੀ। ਸਕੂਲਾਂ 'ਚ ਅੱਜ ਕੱਲ੍ਹ ਹੁਣ ਸਾਡੇ ਬਹੁਤ ਵਧੀਆ ਐਜੂਕੇਸ਼ਨ ਸਿਸਟਮ 'ਚ ਹੋ ਗਿਆ ਕਿ ਅਸੀਂ ਕਾਉਂਸਲਰਸ ਨੂੰ ਹਮ। ਜਨਰਲੀ ਹਰ ਸਕੂਲ 'ਚ ਕਾਉਂਸਲਰਸ ਹੈਗੇ ਆ। ਸੋ ਜੀ। ਉਹ ਇੱਕ ਬ੍ਰਿਜ ਹੈ ਬਿਟਵੀਨ ਦਾ ਮੈਂਟਲ ਹੈਲਥ ਪ੍ਰੋਫੈਸ਼ਨਲਸ ਐਂਡ ਹਮ। ਜਿਹੜੀ ਸੋਸਾਇਟੀ ਹੈ। ਜੀ। ਪਰ ਇਹ ਸਮਾਂ ਇਹ ਜਿਹਾ ਵੀ ਜਿਵੇਂ ਅਸੀਂ ਯੰਗਸਟਰ ਆ, ਯੰਗਸਟਰ ਲੋਨਲੀ ਰਹਿਣਾ ਜ਼ਿਆਦਾ ਬੈਟਰ ਫੀਲ ਕਰਦੇ ਨੇ। ਉਹ ਇਕੱਲੇ ਮੀਨਸ ਦੇ ਸਪੈਂਡ देयर ਮੋਰ ਟਾਈਮ ਇਨ ਲੋਨਲੀਨੈਸ। ਇਹ ਜਿਹੜਾ ਤੁਸੀਂ ਕਿਹਾ ਨਾ ਲੋਨਲੀਨੈਸ ਦਾ, ਇਹ ਅਸੀਂ ਸਾਈਕੋਲੋਜੀ ਦੀਆਂ ਕਈ ਸਾਡੀ ਜਿਵੇਂ ਯੂਨੀਵਰਸਿਟੀ ਦੇ ਵਿੱਚੋਂ ਰਿਸਰਚਸ ਅਸੀਂ ਕੀਤੀਆਂ ਮੋਬਾਈਲ ਐਡਿਕਸ਼ਨ ਦੇ ਉੱਤੇ। ਜਦੋਂ ਹਮ। ਆਪਣੇ ਬੁੱਕ ਆਇਆ ਸੀਗਾ, ਸ਼ੁਰੂ ਚ ਹੋਇਆ ਸੀਗਾ, ਤੇ ਅਸੀਂ ਸਾਈਕੋਲੋਜੀਕਲ ਰਿਸਰਚ ਕੀਤੀ ਸੀਗੀ ਪਾਰਟਿਕੂਲਰਲੀ ਫੇਸਬੁੱਕ ਦੇ ਉੱਤੇ ਕਿ ਹਾਊ ਉਹ ਸਾਡੀ ਫਰੈਂਡਸ਼ਿਪਸ ਨੂੰ, ਸਾਡੇ ਟਾਈਮ ਮੈਨੇਜਮੈਂਟ ਨੂੰ ਕਿਵੇਂ ਇਫੈਕਟ ਕਰ ਰਹੀ ਹੈ। ਸੋ ਜਿਹੜਾ ਅਸੀਂ ਲੋਨਲੀਨੈਸ ਕਹਿੰਦੇ ਆ ਨਾ, ਉਹਨੂੰ ਅਸੀਂ ਲੋਨਲੀਨੈਸ ਅਗਰ ਹੈ ਤੇ ਉਹ ਇਟ ਇਜ਼ ਸਮਥਿੰਗ ਨੈਗੇਟਿਵ। ਹਮ। ਜਦੋਂ ਅਸੀਂ ਆਪਾਂ ਕਹਿੰਦੇ ਹਾਂ ਕਿ ਸਾਡੇ ਕੋਲ ਕੁਝ ਪਰਸਨਲ ਸਪੇਸ ਹੋਣੀ ਚਾਹੀਦੀ ਹੈ, ਜੀ। ਉਹ ਪਰਸਨਲ ਸਪੇਸ ਦੇ ਵਿੱਚ ਤੁਸੀਂ ਕੀ ਕਰ ਰਹੇ ਹੋ, ਉਹ ਐਕਟੀਵਿਟੀਜ਼ ਤੇ ਫੋਕਸ ਕਰਨਾ ਬਹੁਤ ਜ਼ਰੂਰੀ ਹੈ। ਕਿ ਇੱਕ ਤੁਸੀਂ ਹੈ ਕਿ ਸਿਰਫ ਯੂ ਆਰ ਜਸਟ ਸਟਕ ਟੂ ਦ ਨੈਗੇਟਿਵ ਥਿੰਗਸ, ਜਾਂ ਤੁਸੀਂ ਹਮ। ਸਿਰਫ ਕੁਝ ਚੀਜ਼ਾਂ ਦੇ ਵਿੱਚ ਆਪਣੇ ਆਪ ਦੇ ਖਿਆਲਾਂ 'ਚ ਖੋ ਰਹੇ ਹੋ, ਬਟ ਉਹ ਆਲ ਨੈਗੇਟਿਵ ਹੈਗਾ। ਉਹਦੇ ਜੀ। ਵਾਸਤੇ ਸਾਨੂੰ ਉਹ ਸਾਈਕਲ ਨੂੰ ਬ੍ਰੇਕ ਕਰਨਾ ਚਾਹੀਦਾ। ਜੇ ਕੋਈ ਬੰਦਾ ਪਰਸਨਲ ਸਪੇਸ ਲਈ ਹੈ ਬਟ ਉਹ ਹੈਲਦੀ ਉਹਦੇ 'ਚ ਜਾ ਰਿਹਾ ਹੈ, ਮਾਈਂਡ ਨੂੰ ਟ੍ਰੇਨਿੰਗ ਕਰ ਰਿਹਾ, ਰੈਸਟ ਕਰ ਰਿਹਾ, ਫਿਰ ਉਹਦੇ 'ਚ ਕੋਈ ਪ੍ਰੋਬਲਮ ਨਹੀਂ। ਲੇਕਿਨ ਜੀ। ਉਹ ਅਗਰ ਕੱਟ ਆਫ ਹੋ ਰਿਹਾ ਹਰ ਕਿਸੇ ਤੋਂ ਔਰ ਲੌਂਗ ਟਾਈਮ ਹੋ ਰਿਹਾ ਹੈ, ਉਹਦਾ ਲੈਟਸ ਸੇ ਬਿਹੇਵੀਅਰਲ ਚੇਂਜਸ ਆ ਰਹੇ ਹੈਗੇ ਆ, ਹਮ। ਸੋ ਇਹ ਜਿਹੜਾ ਹੈਗਾ ਸਾਨੂੰ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸੋਸ਼ਲ ਆਈਸੋਲੇਸ਼ਨ ਹੋ ਰਹੀ ਹੈ ਜਾਂ ਐਡਿਕਸ਼ਨ ਵੱਲ ਜਾ ਰਿਹਾ ਹੈਗਾ। ਹਮ। ਸੋ ਇੱਥੇ ਤੁਹਾਡੀ ਕੁਛ ਨਾ ਕੁਛ ਇਸ਼ੂਜ਼ ਹੋ ਸਕਦੇ ਆ ਜਿਨ੍ਹਾਂ ਨੂੰ ਕੰਸਰਨ ਕਰ, ਜਿਹੜਾ ਇਟ ਕੁਡ ਬੀ ਦਾ ਕੰਸਰਨ ਮੈਟਰ ਆਫ ਕੰਸਰਨ, ਜੀ। ਬਿਕੋਜ਼ ਇਹ ਤੁਹਾਡੀ ਅਨਟ੍ਰੀਟਡ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ ਕਿ ਤੁਹਾਡੀ ਇਲਨੈਸ ਨੂੰ ਟ੍ਰੀਟ ਨਾ ਕੀਤਾ ਜਾਏ ਤੇ ਇਹਦੇ ਬਹੁਤ ਜ਼ਿਆਦਾ ਨੈਗੇਟਿਵ ਇਫੈਕਟ ਹੋ ਸਕਦੇ। ਜਿਵੇਂ ਹੁਣ ਫੈਮਿਲੀਜ਼ 'ਚ ਕਨਫਲਿਕਟ ਆ ਸਕਦੇ ਹੈ, ਤੁਹਾਡੇ ਹਮ। ਇਮਿਊਨ ਸਿਸਟਮ ਹੋ ਸਕਦਾ ਹੈ, ਜੀ। ਲੀਗਲ ਤੇ ਫਾਈਨੈਂਸ਼ੀਅਲ ਪ੍ਰੋਬਲਮਸ ਆ ਸਕਦੀਆਂ, ਫਿਰ ਤੁਹਾਡੀਆਂ ਜਿਵੇਂ ਅਨਹੈਪੀਨੈਸ ਆ ਸਕਦੀ ਹੈ। ਸੋ ਹੁਣ ਇੱਥੇ ਮੈਂ ਜ਼ਿਕਰ ਕਰਨਾ ਚਾਹਾਂਗੀ ਕਿ ਜਿਵੇਂ ਹੁਣ ਡਿਊਰਿੰਗ ਕੋਵਿਡ ਸੀਗਾ, ਜਦੋਂ ਆਪਣੀ ਫਸਟ ਵੇਵ
ਹੈ ਜੀ ਕੋਵਿਡ ਦੀ ਵੇਲੇ ਬਿਕੋਜ਼ ਬਿਲਕੁਲ ਅਨਐਕਸਪੈਕਟਿਡ ਚੀਜ਼ ਸੀਗੀ ਜਿਹੜੀ ਸਦੀਆਂ ਤੋਂ ਕਿਸੇ ਨੇ ਨਹੀਂ ਸੁਣੀ ਹੋਈ ਸੀ ਔਰ ਜੀ ਕੁਝ ਕਿਸੇ ਨੇ ਨਹੀਂ ਸੋਚਿਆ ਸੀ ਕਿ ਪੂਰੇ ਦੇ ਪੂਰੇ ਦੇਸ਼ ਹੀ ਬੰਦ ਹੋ ਜਾਣਗੇ ਤੇ ਅਸੀਂ ਇੱਕ ਤਰ੍ਹਾਂ ਆਪਣੇ ਘਰਾਂ ਦੇ ਪਿੰਜਰਿਆਂ 'ਚ ਬੰਦ ਹੋ ਜਾਵਾਂਗੇ। ਹੁਣ ਉਸ ਵੇਲੇ ਸਾਨੂੰ ਐਸ ਸਾਈਕੋਲੋਜਿਸਟ ਬਹੁਤ ਕੰਸਰਨ ਸੀਗਾ ਕਿ ਜਦੋਂ ਇਹੋ ਜੀ ਸਿਚੁਏਸ਼ਨ ਹੈ ਜਦੋਂ ਬੰਦੇ ਮਤਲਬ ਆਪਣੇ ਆਪਣੇ ਕਮਰਿਆਂ 'ਚ ਬੰਦ ਹੋ ਗਏ ਹੈ ਵੀ ਉਹਨਾਂ ਦੇ ਉੱਤੇ ਫਿਜ਼ੀਕਲ ਤਾਂ ਇਫੈਕਟ ਹੈ ਹੀ ਹੈ ਬਟ ਉਹਨਾਂ ਦੇ ਮੈਂਟਲ ਹੈਲਥ ਤੇ ਮੈਂਟਲ ਕੀ ਤੇ ਵੀ ਫਰਕ ਹੈ ਤੇ ਉਸ ਵੇਲੇ ਉਹਨਾਂ ਨੂੰ ਬੰਦਿਆਂ ਨੂੰ ਪੋਜ਼ਿਟਿਵ ਰੱਖਣਾ ਬਹੁਤ ਜ਼ਰੂਰੀ ਸੀਗਾ। ਸੋ ਤੁਸੀਂ ਦੇਖਿਆ ਹੋਣਾ ਵੀ ਕਈ ਥਾਵਾਂ ਦੇ ਉੱਤੇ ਕਈ ਇਹੋ ਜਿਹੇ ਪ੍ਰੋਗਰਾਮਸ ਕੀਤੇ ਜਾ ਰਹੇ ਸੋਸ਼ਲ ਦੇ ਨਾਲ ਨੈਟਵਰਕ ਦੇ ਥਰੂ। ਅਸੀਂ ਉਸ ਵੇਲੇ ਵੀ ਪੂਰੇ ਲੋਨਲੀ ਨਹੀਂ ਸੀਗੇ ਕਿਉਂਕਿ ਅਸੀਂ ਆਪਣੇ ਲੋਕਾਂ ਨਾਲ ਕੰਟੈਕਟ ਕਰ ਪਾ ਰਹੇ ਸੀਗੇ ਗੱਲਬਾਤ ਕਰ ਪਾ ਰਹੇ ਸੀਗੇ ਲੋਕਾਂ ਨਾਲ ਤੇ ਉਹਦੇ ਵਿੱਚ ਅਸੀਂ ਦੇਖਿਆ ਸੀਗਾ ਕਿ ਜਦੋਂ ਅਨਹੈਪੀਨੈਸ ਆ ਰਹੀ ਸੀਗੀ ਲੋਕਾਂ ਦੀ ਇਹੋ ਚੀਜ਼ਾਂ ਜਿਹੜੀ ਆਪਣੀ ਯੂਨੀਵਰਸਿਟੀ ਦੇ ਅਸੀਂ ਇੱਥੇ ਕੀਤੀ ਸੀਗੀ ਜਿਹੜੀ ਪੈਨ ਇੰਡੀਆ ਅਸੀਂ ਰਿਸਰਚ ਕੀਤੀ ਸੀਗੀ ਆਨਲਾਈਨ ਹੀ ਅਸੀਂ ਇਹ ਰਿਸਰਚ ਕੀਤੀ ਸੀਗੀ ਕਿ ਲੋਕ ਕੀ ਫੀਲ ਕਰ ਰਹੇ ਉਹਨਾਂ ਦੀ ਸਾਈਕੋਲੋਜੀਕਲ ਹੈਲਥ ਕੀ ਆ ਰਿਹਾ ਉਹ ਆਪਣੇ ਆਪ ਨੂੰ ਕਿਵੇਂ ਮੈਂਟਲੀ ਫਿਟ ਰੱਖ ਰਹੇ ਆ। ਪ੍ਰਪੇਅਰ ਯਾ ਜਿਹੜੀਆਂ ਮੈਂ ਚੀਜ਼ਾਂ ਤੁਹਾਨੂੰ ਹੁਣੇ ਮੈਂਸ਼ਨ ਕੀਤੀ ਹੈ ਉਹ ਬੜੀ ਉੱਭਰ ਕੇ ਉਸ ਵੇਲੇ ਵੀ ਆਈਆਂ ਜਦੋਂ ਲੋਕਾਂ ਨੇ ਕਿਹਾ ਕਿ ਅਸੀਂ ਆਪਣੇ ਆਪ ਨੂੰ ਖੁਸ਼ ਰੱਖਣ ਲਈ ਅਸੀਂ ਇਸ ਸਮੇਂ ਦੇ ਵਿੱਚ ਵੀ ਪੋਜ਼ਿਟਿਵ ਚੀਜ਼ਾਂ ਦੇਖ ਰਹੇ ਹਾਂ। ਜੀ ਸੀਮਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਮ ਤੁਸੀਂ ਸਾਡੇ ਨਾਲ ਕਨੈਕਟ ਹੋਏ ਤੇ ਜਿੰਨੇ ਵੀ ਸਾਡੇ ਕੁਐਸਚਨ ਸੀਗੇ ਉਹਨਾਂ ਦਾ ਸੋਲੂਸ਼ਨ ਦਿੱਤਾ ਆਨਸਰ ਦਿੱਤਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਉਮੀਦ ਹੈ ਇਨਫੋਰਮੇਸ਼ਨ ਤੁਹਾਡੇ ਕੰਮ ਦੀ ਜ਼ਰੂਰ ਹੋਵੇਗੀ। ਫਿਰ ਮਿਲਾਂਗੇ ਨੈਕਸਟ ਕਿਸੇ ਟੌਪਿਕ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।